ਹੈਲੋ ਡੀਅਰ ਸਟੂਡੈਂਟਸ, ਪਿਆਰੇ ਬੱਚਿਓ, ਅੱਜ ਆਪਾਂ ਤੁਹਾਡੇ NMMS ਅਤੇ PSTSC ਐਗਜ਼ਾਮ ਉਹਦੇ ਨਾਲ ਸੰਬੰਧਿਤ ਸੋਸ਼ਲ ਸਾਇੰਸ ਭਾਵ ਸਮਾਜਿਕ ਵਿਗਿਆਨ ਦੇ ਕੁਝ ਕੁਐਸਚਨਸ ਕਰਾਂਗੇ। ਆਓ ਆਪਾਂ ਦੇਖਦੇ ਹਾਂ ਇਹ ਕੁਐਸਚਨਸ। ਜਿਵੇਂ ਕਿ ਪਹਿਲਾ ਹੀ ਕੁਐਸਚਨ 151 ਨੰਬਰ ਕੁਐਸਚਨ ਤੁਹਾਡਾ ਪੇਪਰ ਦੇ ਵਿੱਚ ਵੀ ਆਈਆਂ ਹੋਣਾ ਹੈ। ਪਹਿਲਾ ਕੁਐਸਚਨ ਹੈ, ਖਸੀਸ ਕਬੀਲੇ ਦਾ ਮੋਢੀ ਕੌਣ ਸੀ? ਬੇਟਾ ਅਸੀਂ ਤੁਹਾਨੂੰ ਉੱਥੇ 4 ਆਪਸ਼ਨ ਦਿੱਤੀਆਂ ਹੋਣੀਆਂ, ਤੁਸੀਂ ਇਹਦੇ ਵਿੱਚੋਂ ਰਾਈਟ ਆਪਸ਼ਨ ਹੈ ਜਿਹੜੀ ਉਹ ਨਾਲ ਦਿੱਤੀ ਵੀ ਇੱਕ OMR ਸ਼ੀਟ ਦੇ ਉੱਤੇ ਕਲਿੱਕ ਕਰਨੀ ਹੈ, ਉੱਤੇ ਭਰਨੀ ਹੈ ਨਾ, ਉਹ ਡਾਟ ਨੂੰ ਬਲੈਕ ਕਰ ਦੇਣਾ। ਸੋ ਉਹਦੇ ਵਿੱਚੋਂ ਸਾਡੇ ਕੋਲੇ ਖਸੀਸ ਕਬੀਲੇ ਦਾ ਮੋਢੀ ਕੌਣ ਸੀ? ਤੁਸੀਂ ਸਾਰੇ ਹੀ ਜਾਣਦੇ ਹੋ, ਖਸੀਸ ਕਬੀਲੇ ਦਾ ਮੋਢੀ ਸੀ ਬੇਟਾ ਜੀ ਤੁਰਤ ਸਿੰਘ। ਸੋ ਇਹਦਾ ਰਾਈਟ ਆਨਸਰ ਹੈ ਤੁਰਤ ਸਿੰਘ। ਦੂਸਰਾ ਕੁਐਸਚਨ ਹੈ ਸਾਡੇ ਕੋਲੇ, ਨਾਨਾ ਸਾਹਿਬ ਦਾ ਪ੍ਰਸਿੱਧ ਜਰਨੈਲ ਕੌਣ ਸੀ? ਦੇਖੋ ਆਪਾਂ ਸਾਰੇ ਹੀ ਜਾਣਦੇ ਹਾਂ, ਆਪਸ਼ਨ ਨੇ ਸਾਡੇ ਕੋਲੇ ਸ਼ਿਵਾਜੀ, ਤਾਂਤਿਆਂ ਤੋਬੇ, ਮੰਗਲ ਪਾਂਡੇ ਜਾਂ ਵਜੀਦ ਅਲੀ। ਨਾਨਾ ਸਾਹਿਬ ਦਾ ਜਿਹੜਾ ਪ੍ਰਸਿੱਧ ਜਿਹੜਾ ਬੇਟਾ ਸਿਪੇ ਸਲਾਰ ਜਾਂ ਜਰਨੈਲ ਸੀ ਉਹ ਸੀ ਜੀ ਤਾਂਤਿਆ ਟੋਪੇ। ਸੋ ਤੁਸੀਂ ਉੱਥੇ ਤਾਂਤਿਆ ਟੋਪੇ ਨੂੰ ਟਿਕ ਕਰੋਗੇ। ਇਸ ਤਰ੍ਹਾਂ ਤੁਹਾਡੇ ਕੋਲੇ ਇਹ ਆਪਸ਼ਨਸ ਆਉਂਦੀਆਂ ਨੇ। ਸੋ ਅਗਲਾ ਕੁਐਸਚਨ ਆਪਾਂ ਦੇਖਦੇ ਹਾਂ, ਕੁਐਸਚਨ ਨੰਬਰ 153। ਕੁਐਸਚਨ ਨੰਬਰ 153 ਸਾਡੇ ਕੋਲ ਹੈ, 1774 ਈਸਵੀ ਵਿੱਚ ਸਰਵੋੱਚ ਅਦਾਲਤ ਦੀ ਸਥਾਪਨਾ ਕਿੱਥੇ ਕੀਤੀ ਗਈ? ਹਾਂ ਬੇਟਾ, ਸਾਡੇ ਭਾਰਤ ਦੇ ਵਿੱਚ ਜਿਹੜੀ ਸਭ ਤੋਂ ਪਹਿਲੀ ਸਰਵੋੱਚ ਅਦਾਲਤ ਸਥਾਪਿਤ ਕੀਤੀ ਗਈ ਸੀ ਉਹ 1774 ਈਸਵੀ ਦੇ ਵਿੱਚ ਕਲਕੱਤਾ ਵਿਖੇ ਸਥਾਪਿਤ ਕੀਤੀ ਗਈ ਸੀ। ਇਹ ਯਾਦ ਰੱਖਣਾ। 1773 ਦੇ ਵਿੱਚ ਅੰਗਰੇਜ਼ਾਂ ਨੇ ਇੱਕ ਰੈਗੂਲੇਟਿੰਗ ਐਕਟ ਲਾਗੂ ਕੀਤਾ ਸੀ, ਜਿਹਦੇ ਅਕੋਰਡਿੰਗਲੀ 1774 ਈਸਵੀ ਦੇ ਵਿੱਚ ਕਲਕੱਤਾ ਵਿਖੇ ਸਰਵੋੱਚ ਅਦਾਲਤ ਸਥਾਪਿਤ ਕੀਤੀ ਗਈ ਸੀ। ਜੇ ਪ੍ਰਸ਼ਨ ਆ ਜੇ ਹੁਣ ਭਾਰਤ ਦੇ ਵਿੱਚ ਸਰਵੋੱਚ ਅਦਾਲਤ ਕਿੱਥੇ ਹੈ? ਨਵੀਂ ਦਿੱਲੀ ਵਿਖੇ। ਇਹ 1774 'ਚ ਸਥਾਪਿਤ ਕੀਤੀ ਗਈ ਸੀ। ਜੇ ਹੁਣ ਦੀ ਗੱਲ ਆ ਜੇ ਹੁਣ ਅਸੀਂ ਆਨਸਰ ਦੇਵਾਂਗੇ ਨਵੀਂ ਦਿੱਲੀ। ਅਗਲਾ ਕੁਐਸਚਨ ਆ ਗਿਆ 154 ਨੰਬਰ ਕੁਐਸਚਨ, 1829 ਈਸਵੀ ਵਿੱਚ ਕਿਹੜਾ ਕਾਨੂੰਨ ਪਾਸ ਕੀਤਾ ਗਿਆ? ਬੇਟਾ ਜੀ ਇਹ ਸੀਗਾ ਜੀ ਸਤੀ ਪ੍ਰਥਾ। ਸਤੀ ਪ੍ਰਥਾ ਕਾਨੂੰਨ ਹੈ ਨਾ, ਸਤੀ ਪ੍ਰਥਾ ਦੇ ਵਿਰੋਧ ਦੇ ਵਿੱਚ ਇਹ ਕਾਨੂੰਨ ਪਾਸ ਕੀਤਾ ਗਿਆ ਸੀ 1829 ਈਸਵੀ ਦੇ ਵਿੱਚ। ਸੋ ਹੁਣ ਆਪਾਂ ਦੇਖਦੇ ਹਾਂ ਆਪਣਾ ਅਗਲਾ ਕੁਐਸਚਨ, ਕੁਐਸਚਨ ਨੰਬਰ 155, ਭਾਰਤ ਵਿੱਚ ਸਿਵਲ ਸਰਵਿਸ ਦਾ ਮੋਢੀ ਕੌਣ ਸੀ? ਬਹੁਤ ਹੀ ਮਹੱਤਵਪੂਰਨ ਕੁਐਸਚਨ ਹੈ। ਇਸ ਕੁਐਸਚਨ ਨੂੰ ਐਂ ਵੀ ਪੁੱਛਿਆ ਜਾ ਸਕਦਾ ਹੈ, ਭਾਰਤ ਵਿੱਚ ਸਿਵਲ ਸਰਵਿਸਿਜ਼ ਦਾ ਪਿਤਾਮਾ ਕਿਸ ਨੂੰ ਆਖਿਆ ਜਾਂਦਾ ਹੈ? ਸੋ ਬੇਟਾ ਜੀ ਇਹ ਇੱਕ ਅੰਗਰੇਜ਼ ਅਫਸਰ ਸੀ, ਲਾਰਡ ਕਾਰਨਵਾਲਿਸ। ਇਹਨੂੰ ਯਾਦ ਰੱਖਣਾ ਤੁਸੀਂ, ਬਹੁਤ ਹੀ ਮਹੱਤਵਪੂਰਨ ਇਹ ਪ੍ਰਸ਼ਨ ਹੈ। ਸਿਵਲ ਸਰਵਿਸ ਦਾ ਮੋਢੀ ਲਾਰਡ ਕਾਰਨਵਾਲਿਸ। ਹੁਣ ਆਪਾਂ ਅੱਗੇ ਦੇਖਦੇ ਹਾਂ ਕੁਐਸਚਨ ਨੰਬਰ 156। ਕੁਐਸਚਨ ਨੰਬਰ 156 ਸਾਡੇ ਕੋਲ ਆ ਗਿਆ, ਭਾਰਤ ਵਿੱਚ ਪੱਛਮੀ ਸਿੱਖਿਆ ਦੇ ਪ੍ਰਸਾਰ ਲਈ ਸਭ ਤੋਂ ਵੱਧ ਕੰਮ ਕਿਸ ਨੇ ਕੀਤਾ? ਬੇਟਾ ਵੈਸਟਰਨ ਜਿਹੜੀ ਕਲਚਰ ਸੀ, ਵੈਸਟਰਨ ਐਜੂਕੇਸ਼ਨ ਸੀ ਜਿਹੜਾ, ਉਹਦੇ ਵਿਸਥਾਰ ਵਾਸਤੇ ਸਭ ਤੋਂ ਵੱਧ ਕੰਮ ਕਿਹਨੇ ਕੀਤਾ ਸੀ? ਇਹ ਸਾਡੇ ਕੋਲੇ ਰਾਈਟ ਆਨਸਰ ਹੈ, ਇਹਦਾ ਰਾਈਟ ਆਨਸਰ ਆ ਜਾਊਗਾ ਇਹਦੇ ਵਿੱਚ ਸਾਡੇ ਕੋਲੇ ਰਾਜਾ ਰਾਮ ਮੋਹਨ ਰਾਏ। ਸੋ ਇਹਦਾ ਪਹਿਲੇ ਦਾ ਆਨਸਰ ਕੀ ਆ ਗਿਆ 196 ਦਾ ਪਹਿਲਾ ਰਾਜਾ ਰਾਮ ਮੋਹਨ ਰਾਏ। ਤੁਸੀਂ ਇਹ ਕੁਐਸਚਨਾਂ ਦੀ ਪ੍ਰੈਕਟਿਸ ਕਰਨੀ ਹੈ, ਇਹਨਾਂ ਨੂੰ ਯਾਦ ਵੀ ਕਰਨਾ ਹੈ। ਅਗਲਾ ਕੁਐਸਚਨ ਹੈ, ਭਾਰਤ ਵਿੱਚ ਪਹਿਲਾ ਸੂਤੀ ਕੱਪੜੇ ਦਾ ਕਾਰਖਾਨਾ ਕਿੱਥੇ ਲਾਇਆ ਗਿਆ? ਬਹੁਤ ਇੰਪੋਰਟੈਂਟ ਕੁਐਸਚਨ ਹੈ ਬੇਟਾ। ਇਹਦਾ ਰਾਈਟ ਆਨਸਰ ਆ ਗਿਆ ਜੀ ਬੰਬਈ ਵਿਖੇ ਸੂਤੀ ਕੱਪੜੇ ਦਾ ਆਇਆ ਸੀ। ਬੇਟਾ ਸੂਤੀ ਕੱਪੜਾ ਕਿੱਥੋਂ ਬਣਦਾ? ਕਪਾਹ ਤੋਂ। ਕਪਾਹ ਕਿੱਥੇ ਵੱਧ ਹੁੰਦੀ ਹੈ? ਮਹਾਰਾਸ਼ਟਰ ਜਾਂ ਗੁਜਰਾਤ ਦੇ ਵਿੱਚ। ਸੋ ਪਹਿਲਾ ਕਾਰਖਾਨਾ ਕਿੱਥੇ ਲਾਇਆ ਗਿਆ ਜੀ? ਮੁੰਬਈ ਵਿਖੇ ਲਾਇਆ ਗਿਆ। ਸੋ ਅਗਲਾ ਕੁਐਸਚਨ ਆਪਾਂ ਦੇਖਦੇ ਹਾਂ 158, 158 ਨੰਬਰ ਕੁਐਸਚਨ ਹੈ, ਆਜ਼ਾਦੀ ਤੋਂ ਬਾਅਦ ਭਾਰਤ ਵਿੱਚ ਦੇਸੀ ਰਿਆਸਤਾਂ ਦੀ ਗਿਣਤੀ ਕਿੰਨੀ ਸੀ? ਬੇਟਾ ਜਦੋਂ ਭਾਰਤ ਆਜ਼ਾਦ ਹੋਇਆ 1947 ਦੇ ਵਿੱਚ, ਉਸ ਸਮੇਂ ਭਾਰਤ ਦੇ ਵਿੱਚ ਬਹੁਤ ਸਾਰੇ ਜਿਹੜੇ ਲੋਕਲ ਪ੍ਰਿੰਸਿਸ ਸੀਗੇ, ਪ੍ਰਿੰਸਲੀ ਸਟੇਟ ਸੀਗੀਆਂ, ਰਿਆਸਤਾਂ ਸੀਗੀਆਂ, ਜਿਹਨਾਂ ਨੂੰ ਅਸੀਂ ਦੇਸੀ ਰਿਆਸਤਾਂ ਬੋਲਦੇ ਹਾਂ, ਉਹਨਾਂ ਦੀ ਗਿਣਤੀ ਸੀ ਬੇਟਾ ਜੀ 562। ਇਹ ਯਾਦ ਰੱਖਣਾ। ਜਦੋਂ ਭਾਰਤ ਆਜ਼ਾਦ ਹੋਇਆ ਉਦੋਂ ਭਾਰਤ ਦੇ ਵਿੱਚ ਕਿੰਨੇ ਰਾਜੇ ਮਹਾਰਾਜੇ ਜਾਂ ਪ੍ਰਿੰਸ ਸੀਗੇ? 562। ਕੁਐਸਚਨ ਨੰਬਰ 159, ਲੈਪਸ ਦੀ ਨੀਤੀ ਕਿਸ ਅੰਗਰੇਜ਼ ਅਧਿਕਾਰੀ ਨੇ ਸ਼ੁਰੂ ਕੀਤੀ? ਕਾਫੀ ਇੰਪੋਰਟੈਂਟ ਕੁਐਸਚਨ ਹੈ। ਲੈਪਸ ਦੀ ਨੀਤੀ ਕੀ ਸੀ? ਲਾਰਡ ਡਲਹੌਜੀ ਨੇ ਸ਼ੁਰੂ ਕੀਤੀ ਸੀ। ਇਹ ਸੀ ਲਾਰਡ ਡਲਹੌਜੀ। ਸੋ ਇਹ ਕੁਐਸਚਨ ਵੀ ਤੁਸੀਂ ਯਾਦ ਰੱਖਣਾ ਹੈ। ਅਗਲਾ ਕੁਐਸਚਨ ਆਪਾਂ ਦੇਖਦੇ ਹਾਂ, ਕੁਐਸਚਨ ਨੰਬਰ 160 ਕੁਐਸਚਨ ਦੇ ਵਿੱਚ ਸਾਡੇ ਕੋਲ ਆ ਗਿਆ ਬੇਟਾ ਜੀ, ਮਹਾਤਮਾ ਗਾਂਧੀ ਨੇ ਨਾ ਮਿਲਵਰਤਨ ਅੰਦੋਲਨ ਕਦੋਂ ਸ਼ੁਰੂ ਕੀਤਾ? ਬਹੁਤ ਇੰਪੋਰਟੈਂਟ ਕੁਐਸਚਨ ਹੈ। ਨਾਨ ਕੋਆਪਰੇਸ਼ਨ ਮੂਵਮੈਂਟ ਮਹਾਤਮਾ ਗਾਂਧੀ ਨੇ ਕਦੋਂ ਸ਼ੁਰੂ ਕੀਤੀ? 1920। ਇਹਦਾ ਰਾਈਟ ਆਨਸਰ ਹੈ 1920। ਫਿਰ ਬੇਟਾ ਕੁਐਸਚਨ ਆ ਗਿਆ ਆਪਣੇ ਕੋਲੇ 161, ਤਾਈਵਾਨ ਦੀ ਉਗਲੋਗ ਚਾਹ ਕਿਸ ਲਈ ਪ੍ਰਸਿੱਧ ਹੈ? ਦੇਖੋ ਉੱਥੋਂ ਦੀ ਚਾਹ ਇੱਕ ਉਹਦਾ ਨਾਮ ਹੈ। ਇਹ ਕਾਹਦੇ ਵਾਸਤੇ ਪ੍ਰਸਿੱਧ ਹੈ? ਇਹਦੇ ਕੀ ਹੈ? ਰੰਗ ਵਾਸਤੇ, ਲੰਬਾਈ ਵਾਸਤੇ, ਸਵਾਦ ਵਾਸਤੇ ਜਾਂ ਕੀਮਤ ਵਾਸਤੇ? ਸੋ ਬੇਟਾ ਜੀ ਇਹਦਾ ਟੇਸਟ ਬੜਾ ਵਧੀਆ ਹੁੰਦਾ, ਇਹਦਾ ਫਲੇਵਰ ਬੜਾ ਵਧੀਆ। ਸੋ ਇਹਦਾ ਰਾਈਟ ਆਨਸਰ ਆ ਗਿਆ ਜੀ ਸਵਾਦ ਵਾਸਤੇ, ਟੇਸਟ ਵਾਸਤੇ। ਕੁਐਸਚਨ ਨੰਬਰ 162, ਮੋਸਟ ਇੰਪੋਰਟੈਂਟ ਕੁਐਸਚਨ ਫॉर योर ਫਾਈਨਲ ਐਗਜ਼ਾਮ ਵੀ, ਚਿੱਟਾ ਸੋਨਾ ਕਿਸ ਨੂੰ ਆਖਦੇ ਨੇ? ਵਾਈਟ ਕਲਰ ਦਾ। ਦੇਖੋ ਇਹਦੇ 'ਚ ਵਾਈਟ ਕਲਰ ਦਾ ਕੀ ਹੁੰਦਾ? ਚਾਵਲ ਵੀ ਵਾਈਟ ਹੁੰਦਾ, ਕਪਾਹ ਵੀ ਵਾਈਟ ਹੁੰਦਾ, ਮੱਕੀ ਤੇ ਕਣਕ ਤਾਂ ਗੋਲਡਨ ਜਾਂ ਯੈਲੋ ਕਲਰ ਦੇ ਹੁੰਦੇ ਨੇ। ਸੋ ਚਿੱਟਾ ਸੋਨਾ ਕਿਹਨੂੰ ਬੋਲਿਆ ਜਾਂਦਾ ਬੇਟਾ ਜੀ? ਕਪਾਹ ਨੂੰ ਬੋਲਿਆ ਜਾਂਦਾ ਹੈ ਚਿੱਟਾ ਸੋਨਾ। 162 ਨੰਬਰ ਕੁਐਸਚਨ ਦਾ ਆਪਸ਼ਨ ਕੀ ਆ ਗਿਆ? 2 ਕਪਾਹ। ਸੋ ਹੁਣ ਆਪਾਂ ਅੱਗੇ ਦੇਖਦੇ ਹਾਂ ਸ਼ੀਟ ਨੰਬਰ ਨੈਕਸਟ ਦੇ ਵਿੱਚ ਅਗਲੇ ਕੁਐਸਚਨ ਨੰਬਰ ਸਾਡੇ ਕੋਲ ਆ ਗਿਆ
163 163 ਕੀ ਹੈ ਜੀ ਸਾਡੇ ਕੋਲੇ ਹੇਠ ਲਿਖਿਆਂ ਵਿੱਚੋਂ ਕਿਹੜੀ ਮਿੱਟੀ ਨੂੰ ਰੇਗੂਰ ਜਾਂ ਕਾਲੀ ਮਿੱਟੀ ਵੀ ਕਿਹਾ ਜਾਂਦਾ ਹੈ। ਮੋਸਟ ਇੰਪੋਰਟੈਂਟ ਕੁਐਸਚਨ ਹੈ, ਬਹੁਤ ਵਾਰ ਪੇਪਰਾਂ ਦੇ ਵਿੱਚ ਬੇਟਾ ਜੀ ਆਇਆ ਹੈ। ਕਿਹੜੀ ਮਿੱਟੀ ਨੂੰ ਰੇਗੂਰ ਮਿੱਟੀ ਵੀ ਜਾਂ ਕਪਾਹੀ ਮਿੱਟੀ, ਕਪਾਹ ਹੁਣ ਕਿਹੜੀ ਮਿੱਟੀ ਜ਼ਿਆਦਾ ਹੁੰਦੀ ਹੈ ਬੇਟਾ ਜੀ? ਕਾਲੀ ਮਿੱਟੀ ਦੇ ਵਿੱਚ। ਸੋ ਇਹਦਾ ਰਾਈਟ ਆਨਸਰ ਕੀ ਆ ਗਿਆ ਜੀ? ਕਾਲੀ ਮਿੱਟੀ। ਕਲੀਅਰ। ਚਲੋ ਹੁਣ ਆਪਾਂ ਅਗਲਾ ਕੁਐਸਚਨ ਦੇਖਦੇ ਹਾਂ 164 ਸਾਡੇ ਕੋਲ ਕੁਐਸਚਨ ਆ ਗਿਆ, ਜੀਵ ਜੰਤੂਆਂ ਅਤੇ ਪੌਦੇ ਕਿਹੜੇ ਸਾਧਨ ਅਖਵਾਉਂਦੇ ਹਨ? ਜੀਵ ਜੰਤੂ ਦੇ ਪੌਦੇ ਸਾਡੇ ਨੇ ਜਿਹੜੇ, ਉਹਨਾਂ ਨੂੰ ਕਿਹੜਾ ਸਾਧਨ ਆਖਿਆ ਜਾਂਦਾ? ਵਿਕਸਿਤ ਸਾਧਨ, ਸੰਭਾਵਿਤ ਸਾਧਨ, ਨਿਰਜੀਵ ਸਾਧਨ ਜਾਂ ਫਿਰ ਜੀਵ ਸਾਧਨ? ਨੈਚੁਰਲੀ ਗੱਲ ਹੈ, ਕਿਹੜੇ ਆਖ? ਜੀਵ ਸਾਧਨ। ਸੋ ਇਹਦਾ ਰਾਈਟ ਆਨਸਰ ਆ ਗਿਆ ਜੀ ਜੀਵ ਸਾਧਨ। ਬੇਟਾ ਕੁਐਸਚਨ ਨੰਬਰ 165, ਸੁੰਦਰੀ ਦੇ ਦਰਖਤ ਕਿਹੜੇ ਜੰਗਲਾਂ ਵਿੱਚ ਪਾਏ ਜਾਂਦੇ ਨੇ? ਬੇਟਾ ਸੁੰਦਰੀ ਦੇ ਦਰਖਤ ਡੈਲਟਾਈ ਜੰਗਲਾਂ ਦੇ ਵਿੱਚ, ਸੁੰਦਰਬਨ ਡੈਲਟਾ ਦੇ ਵਿੱਚ ਜ਼ਿਆਦਾ ਪਾਏ ਜਾਂਦੇ ਨੇ। ਸੋ ਇਹਦਾ ਆਨਸਰ ਕੀ ਆ ਗਿਆ ਜੀ? ਡੈਲਟਾਈ ਜੰਗਲਾਂ ਦੇ ਵਿੱਚ। ਆਪਸ਼ਨ ਨੰਬਰ 3 ਡੈਲਟਾਈ, ਜਿੱਥੇ ਸੁੰਦਰਬਨ ਡੈਲਟਾ ਭਾਰਤ ਦੇ ਪੱਛਮੀ ਬੰਗਾਲ ਦੇ ਵਿੱਚ, ਉੱਥੇ ਇਹ ਬੇਟਾ ਬਨਸਪਤੀ ਪਾਈ ਜਾਂਦੀ ਹੈ, ਸੁੰਦਰੀ ਦੇ ਵਨ ਪਾਏ ਜਾਂਦੇ ਨੇ। ਚਲੋ ਹੁਣ ਆਪਾਂ ਅੱਗੇ ਦੇਖਦੇ ਹਾਂ ਕੁਐਸਚਨ ਨੰਬਰ 166। ਦੇਖੋ ਆਪਣੇ ਪੰਜਾਬ ਦੇ ਵਿੱਚ ਤਾਂ ਬੜਾ ਮਸ਼ਹੂਰ ਹੈ ਇਹ ਚੀਜ਼, ਕੱਦੂ ਕਰਨਾ ਪ੍ਰਕਿਰਿਆ ਕਿਸ ਫਸਲ ਨਾਲ ਸੰਬੰਧਿਤ ਹੈ? ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕੀ ਹੈ ਜੀ? ਚਾਵਲ ਨਾਲ। ਚਾਵਲ ਨੂੰ ਬੀਜਣ ਤੋਂ ਪਹਿਲਾਂ, ਝੋਨੇ ਨੂੰ ਬੀਜਣ ਤੋਂ ਪਹਿਲਾਂ ਜ਼ਮੀਨ ਨੂੰ ਅਸੀਂ ਕੱਦੂ ਕੀਤਾ ਜਾਂਦਾ ਹੈ, ਉਸ ਨੂੰ ਕੀ ਹੈ? ਇਹ ਚਾਵਲ ਨਾਲ ਸੰਬੰਧਿਤ ਪ੍ਰਕਿਰਿਆ ਹੈ ਇੱਕ। ਸੋ ਨੈਕਸਟ ਕੁਐਸਚਨ ਦੇਖਦੇ ਹਾਂ, ਭਾਰਤ ਵਿੱਚ ਕੀ ਕਹਿ ਰਿਹਾ ਜੀ? ਭਾਰਤ ਵਿੱਚ ਵਸੋ ਦਿਵਸ, ਭਾਰਤ ਵਿੱਚ ਕਿਹੜੇ ਦਿਨ ਨੂੰ ਵਸੋ ਦਿਵਸ ਦੇ ਤੌਰ 'ਤੇ ਮਨਾਇਆ ਜਾਂਦਾ ਹੈ? ਪਾਪੂਲੇਸ਼ਨ ਡੇ ਭਾਰਤ ਵਿੱਚ ਕਿਹੜੇ ਦਿਨ ਮਨਾਇਆ ਜਾਂਦਾ ਹੈ? ਮੋਸਟ ਇੰਪੋਰਟੈਂਟ ਕੁਐਸਚਨ ਹੈ ਬੇਟਾ ਜੀ। ਵਸੋ ਦਿਵਸ 11 ਜੁਲਾਈ। ਸੋ ਇਹਦਾ ਰਾਈਟ ਆਨਸਰ ਆ ਗਿਆ ਜੀ 11 ਜੁਲਾਈ ਨੂੰ ਭਾਰਤ ਦੇ ਵਿੱਚ ਅਸੀਂ ਪਾਪੂਲੇਸ਼ਨ ਡੇ ਦੇ ਤੌਰ 'ਤੇ ਮਨਾਉਂਦੇ ਹਾਂ। ਸੋ ਹੁਣ ਆਪਾਂ ਦੇਖਦੇ ਹਾਂ ਕੁਐਸਚਨ ਨੰਬਰ 168। ਇਹ ਦੇਖੋ ਜੀ ਕੁਐਸਚਨ ਨੰਬਰ ਆ ਗਿਆ ਤੁਹਾਡੇ ਸਾਹਮਣੇ 168 ਕੁਐਸਚਨ ਦੇ ਵਿੱਚ ਹੈ ਪਹਿਲਾ, ਓਸਾਕਾ ਸ਼ਹਿਰ ਨੂੰ ਕਿਸ ਹੋਰ ਨਾਮ ਨਾਲ ਵੀ ਜਾਣਿਆ ਜਾਂਦਾ ਹੈ? ਓਸਾਕਾ ਹੈ ਜੀ ਜਾਪਾਨ ਦਾ ਮਾਨਚੈਸਟਰ। ਕੀ ਹੈ ਜੀ? ਜਾਪਾਨ ਦਾ ਮਾਨਚੈਸਟਰ। ਇਹਦਾ ਰਾਈਟ ਆਨਸਰ ਹੈ ਜਾਪਾਨ ਦਾ ਮਾਨਚੈਸਟਰ। ਨੈਕਸਟ ਕੁਐਸਚਨ 169, ਜਨਮ ਦਰ ਤੋਂ ਕੀ ਭਾਵ ਹੈ? ਭਾਵ ਜਨਮ ਲੈਣ ਵਾਲੇ ਦਾ ਦੇਖਣਾ, 1000 ਲੋਕਾਂ ਪਿੱਛੇ ਜਿਉਂਦੇ ਜਨਮ, 100 ਲੋਕਾਂ ਪਿੱਛੇ ਜਿਉਂਦੇ ਜਨਮ, ਲੋਕਾਂ ਦਾ ਸਥਾਨਾਂਤਰਨ, ਕੁਦਰਤੀ ਵਾਧਾ ਦਰ। ਨਹੀਂ, ਇਹ ਜੋ ਪਹਿਲੀ ਆਪਸ਼ਨ ਠੀਕ ਹੈ ਜੀ, 1000 ਵਿਅਕਤੀਆਂ ਪਿੱਛੇ ਕਿੰਨੇ ਦਾ ਜਨਮ ਹੋਇਆ ਨਾ, ਇਸ ਟਾਈਪ ਨੂੰ ਅਸੀਂ ਬੋਲਦੇ ਹਾਂ ਜਨਮ ਦਰ। ਸੋ ਆਪਾਂ ਚੱਲਦੇ ਹਾਂ ਕੁਐਸਚਨ ਨੰਬਰ ਨੈਕਸਟ ਤੇ, ਕੁਐਸਚਨ ਨੰਬਰ 170 ਤੇ, ਟਿਸਕੋ TISCO ਕਿਹੜੇ ਸਾਲ ਵਿੱਚ ਸਥਾਪਿਤ ਕੀਤੀ ਗਈ? ਬੇਟਾ ਇਹਦਾ ਪੂਰਾ ਨਾਮ ਹੈ ਟਾਟਾ ਆਇਰਨ ਐਂਡ ਸਟੀਲ ਕੰਪਨੀ। ਬਹੁਤ ਇੰਪੋਰਟੈਂਟ ਕੁਐਸਚਨ ਹੈ, ਟਾਟਾ ਆਇਰਨ ਐਂਡ ਸਟੀਲ ਕੰਪਨੀ ਦੀ ਸਥਾਪਨਾ ਕਦੋਂ ਕੀਤੀ ਗਈ? ਇਹਦਾ ਰਾਈਟ ਆਨਸਰ ਹੈ ਜੀ 1907। ਯਾਦ ਰੱਖਣਾ, ਟਿਸਕੋ ਦਾ ਕੀ ਮਤਲਬ ਹੈ? ਟਾਟਾ ਆਇਰਨ ਐਂਡ ਸਟੀਲ ਕੰਪਨੀ, ਇਹ ਯਾਦ ਰੱਖਣਾ। ਇਹਦੀ ਸਥਾਪਨਾ ਕੀਤੀ ਗਈ ਸੀ 1907 ਦੇ ਵਿੱਚ। ਸੋ ਕੁਐਸਚਨ ਨੰਬਰ 171 ਤੇ ਆ ਗਏ ਆਪਾਂ। ਕੁਐਸਚਨ ਨੰਬਰ 171 ਹੈ, ਸਿੱਖਿਆ ਦਾ ਅਧਿਕਾਰ ਕਿਸ ਅਨੁਛੇਦ ਰਾਹੀਂ ਭਾਰਤ ਦੇ ਸੰਵਿਧਾਨ ਵਿੱਚ ਸ਼ਾਮਿਲ ਕੀਤਾ ਗਿਆ? ਹੈ ਨਾ, ਸਿੱਖਿਆ ਦਾ ਅਧਿਕਾਰ ਹੈ ਜਿਹੜਾ, ਕਿਹੜੇ ਅਨੁਛੇਦ ਰਾਹੀਂ, ਰਾਈਟ ਟੂ ਐਜੂਕੇਸ਼ਨ, ਕਿਹੜੇ ਅਨੁਛੇਦ ਰਾਹੀਂ ਭਾਰਤ ਦੇ ਸੰਵਿਧਾਨ ਵਿੱਚ ਐਡ ਕੀਤਾ ਗਿਆ ਹੈ? ਉਹ ਹੈ ਜੀ ਸਾਡੇ ਕੋਲੇ ਆਰਟੀਕਲ 21A। 21A ਦੇ ਰਾਹੀਂ ਇਹਨੂੰ ਭਾਰਤੀ ਸੰਵਿਧਾਨ ਦੇ ਵਿੱਚ ਇੰਟਰੋਡਿਊਸ ਕੀਤਾ ਗਿਆ ਸੀ। ਇੰਪੋਰਟੈਂਟ ਕੁਐਸਚਨ ਹੈ। ਅਗਲਾ ਬਹੁਤ ਮਹੱਤਵਪੂਰਨ ਕੁਐਸਚਨ ਹੈ, ਮਨੁੱਖੀ ਅਧਿਕਾਰ ਦਿਵਸ ਹਰ ਸਾਲ ਕਦੋਂ ਮਨਾਇਆ ਜਾਂਦਾ ਹੈ? ਬੇਟਾ ਹਿਊਮਨ ਰਾਈਟ ਡੇ ਕਦੋਂ ਮਨਾਇਆ ਜਾਂਦਾ ਹੈ ਜੀ? 10 ਦਸੰਬਰ ਨੂੰ ਹਰ ਸਾਲ ਮਨਾਇਆ ਜਾਂਦਾ ਹੈ। ਬਹੁਤ ਹੀ ਮਹੱਤਵਪੂਰਨ ਕੁਐਸਚਨ ਹੈ, ਤੁਸੀਂ ਇਸ ਨੂੰ ਯਾਦ ਰੱਖਣਾ ਹੈ। ਸੋ ਆਪਾਂ ਨੈਕਸਟ ਕੁਐਸਚਨ ਤੇ ਚੱਲਦੇ ਹਾਂ। ਕੁਐਸਚਨ ਨੰਬਰ 173 ਤੇ ਆ ਗਏ ਆਪਾਂ ਜੀ। ਸੋ ਆਪਾਂ ਬੇਟਾ ਇਸੇ ਤਰ੍ਹਾਂ ਤੁਹਾਨੂੰ ਇਹ ਕੁਐਸਚਨਸ ਆਉਣੇ ਨੇ। ਪੁਰਾਣਾ ਕੁਐਸਚਨ ਪੇਪਰ ਹੈ ਇਹ 2019 ਦਾ। ਕੁਐਸਚਨ ਨੰਬਰ 173, ਹੇਠ ਲਿਖਿਆਂ ਵਿੱਚੋਂ ਕਿਹੜਾ ਅਧਿਕਾਰ ਮਨੁੱਖੀ ਅਧਿਕਾਰ ਸੁਰੱਖਿਆ ਅਧਿਆਦੇਸ਼ ਦੇ ਅਧੀਨ ਨਹੀਂ ਆਉਂਦਾ? ਮਨੁੱਖੀ ਅਧਿਆਦੇਸ਼ ਦੇ ਅਧੀਨ ਕਿਹੜਾ ਅਧਿਕਾਰ ਇਹਦੇ ਵਿੱਚੋਂ ਨਹੀਂ ਆਉਂਦਾ? ਤੁਸੀਂ ਆਪਸ਼ਨਸ ਪੜ੍ਹੋ ਧਿਆਨ ਨਾਲ। ਸੰਪत्ति ਦਾ ਅਧਿਕਾਰ, ਜਾਂ ਫਿਰ ਜੀਵਨ ਦਾ ਅਧਿਕਾਰ, ਜਾਂ ਫਿਰ ਮਨੁੱਖੀ ਗੌਰਵ ਦਾ ਅਧਿਕਾਰ, ਜਾਂ ਫਿਰ ਸੁਤੰਤਰਤਾ ਦਾ ਅਧਿਕਾਰ। ਬੇਟਾ ਇਹ 'ਚ ਸੰਪत्ति ਦਾ ਅਧਿਕਾਰ ਹੈ ਜਿਹੜਾ, ਉਹ ਰਾਈਟ ਆ ਗਿਆ ਜੀ। ਇਹ ਜੋ ਆ ਗਿਆ ਸੰਪत्ति ਦਾ ਅਧਿਕਾਰ। ਰਾਜ ਸਭਾ ਦੇ ਕਿੰਨੇ ਮੈਂਬਰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚੋਂ ਚੁਣੇ ਜਾਂਦੇ ਨੇ? ਬੇਟਾ ਰਾਜ ਸਭਾ ਦੇ ਕੁੱਲ ਮੈਂਬਰ ਤਾਂ ਹੁੰਦੇ ਨੇ 238, ਠੀਕ ਹੈ, ਜਿਹਦੇ ਵਿੱਚੋਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਆਉਂਦੇ ਨੇ ਜੀ 238। 250 ਟੋਟਲ ਹੁੰਦੇ ਨੇ, 238 ਕੇਂਦਰ ਅਤੇ ਰਾਜਾਂ ਦੇ UTs ਦੇ ਵਿੱਚੋਂ ਲਏ ਜਾਂਦੇ ਨੇ। ਜਿਹੜੇ ਆ 12 ਬਚੇ ਨਾ ਜੀ, ਇਹ 12 ਮੈਂਬਰ ਸਾਡੇ ਰਾਸ਼ਟਰਪਤੀ ਜੀ ਦੁਆਰਾ ਨੋਮੀਨੇਟ ਕੀਤੇ ਜਾਂਦੇ ਨੇ। ਕਈ ਵਾਰ ਪ੍ਰਸ਼ਨ ਆਉਂਦਾ ਰਾਜ ਸਭਾ ਦੇ ਵਿੱਚ ਰਾਸ਼ਟਰਪਤੀ ਜੀ ਦੁਆਰਾ ਕਿੰਨੇ ਮੈਂਬਰ ਨੋਮੀਨੇਟ ਕੀਤੇ ਜਾਂਦੇ, ਤਾਂ ਉੱਥੇ ਤੁਸੀਂ ਲਿਖੋਗੇ 12। ਇਹ ਵਾਲੇ ਪ੍ਰਸ਼ਨ ਦਾ ਉੱਤਰ ਹੈ ਸਾਡੇ ਕੋਲੇ 238। ਸੋ ਦਾ ਰਾਈਟ ਆਨਸਰ ਹੈ 238। ਇਹ ਰਾਈਟ ਆਨਸਰ ਲਾਉਣਾ। ਓਕੇ, ਚਲੋ ਹੁਣ ਆਪਾਂ ਅੱਗੇ ਚੱਲਦੇ ਹਾਂ। ਕੁਐਸਚਨ ਨੰਬਰ 175। ਕੁਐਸਚਨ ਨੰਬਰ 175 ਦੇ ਵਿੱਚ ਸਾਡੇ ਕੋਲੇ ਆ ਗਿਆ ਜੀ,
ਕਹਿੰਦਾ ਹੇਠ ਲਿਖਿਆਂ ਵਿੱਚੋਂ ਕਿਹੜਾ ਤੱਤ ਸਮਾਜਿਕ ਸਮਾਨਤਾ ਅਤੇ ਭਾਰਤ ਦੀ ਏਕਤਾ ਲਈ ਖਤਰਾ ਨਹੀਂ ਹੈ? ਸੰਪਰਦਾਇਕਤਾ, ਜਾਤੀਵਾਦ, ਅਨਪੜ੍ਹਤਾ, ਸਿੱਖਿਅਤ ਅਤੇ ਸੰਗਠਿਤ ਰਾਜਨੀਤਿਕ ਦਲ। ਬੇਟਾ ਇਹਦੇ ਜੋ ਪਹਿਲੇ ਜਿਹੜੇ ਚਾਰੇ ਨੇ ਉਹ ਇੱਕ ਖਤਰਾ ਨੇ, ਅਨਪੜ੍ਹਤਾ ਵੀ ਖਤਰਾ ਹੈ, ਜਾਤੀਵਾਦ ਵੀ ਖਤਰਾ ਹੈ, ਸੰਪਰਦਾਇ ਵੀ। ਜਿਹੜਾ ਸਿਧਾਂਤਕ ਅਤੇ ਸੰਗਠਿਤ ਰਾਜਨੀਤਿਕ ਦਲ ਨੇ, ਪੋਲੀਟੀਕਲ ਪਾਰਟੀਜ਼ ਨੇ ਜਿਨ੍ਹਾਂ ਦਾ ਕੋਈ ਮੋਰਲ ਵੈਲਿਊਜ਼ ਹੁੰਦੀਆਂ ਨੇ, ਉਹ ਕੋਈ ਖਤਰਾ ਨਹੀਂ ਹਨ। ਕੁਐਸਚਨ ਨੰਬਰ 176 ਇੰਪੋਰਟੈਂਟ ਕੁਐਸਚਨ ਹੈ। ਨਿਆਇਕ ਪੁਨਰ ਨਿਰੀਖਣ ਦੀ ਸ਼ਕਤੀ ਸਰਕਾਰ ਦੇ ਕਿਸ ਅੰਗ ਕੋਲ ਹੈ? ਸਰਕਾਰ ਦੇ 3 ਅੰਗ ਹੁੰਦੇ ਨੇ, ਕਾਰਜਪਾਲਿਕਾ, ਵਿਧਾਨਪਾਲਿਕਾ, ਕਾਰਜਪਾਲਿਕਾ ਅਤੇ ਨਿਆਂਪਾਲਿਕਾ। ਸੋ ਇਹਦੇ ਵਿੱਚ ਨਿਆਇਕ ਪੁਨਰ ਨਿਰੀਖਣ ਨਿਆਂਪਾਲਿਕਾ ਕਰਦੀ ਹੈ। ਸੁਪਰੀਮ ਕੋਰਟ ਕੋਲ ਇਹ ਪਾਵਰ ਹੁੰਦੀ ਹੈ। ਲੋਅਰ ਕੋਰਟਸ ਦੇ ਉਸ ਨੂੰ ਉਹ ਰੀਵੈਲਿਊਟ ਕਰ ਸਕਦੀ ਹੈ। ਸੋ ਨਿਆਂਪਾਲਿਕਾ, ਜਿਵੇਂ ਆਪਾਂ ਕਹਿੰਦੇ ਲੋਅਰ ਕੋਰਟ ਦਾ ਫੈਸਲਾ ਅਸੀਂ ਹਾਈ ਕੋਰਟ ਦੇ ਵਿੱਚ, ਹਾਈ ਕੋਰਟ ਦਾ ਫਿਰ ਸੁਪਰੀਮ ਕੋਰਟ ਦੇ ਵਿੱਚ ਲਿਆ ਸਕਦੇ ਹਾਂ। ਸੋ ਪੁਨਰ ਨਿਰੀਖਣ ਦੀ ਸ਼ਕਤੀ ਨਿਆਂਪਾਲਿਕਾ ਦੇ ਕੋਲ ਹੁੰਦੀ ਹੈ। ਸੋ ਕੁਐਸਚਨ ਨੰਬਰ 177 ਬੇਟਾ ਇਹਦੇ ਵਿੱਚ ਆ ਗਿਆ ਜੀ, ਹੇਠ ਲਿਖਿਆਂ ਵਿੱਚੋਂ ਕਿਹੜਾ ਅਧਿਕਾਰ ਭਾਰਤੀ ਸੰਵਿਧਾਨ ਦੇ ਅਨੁਸਾਰ ਰਾਜਨੀਤਿਕ ਨਿਆਂ ਦੇ ਅਧਿਕਾਰ ਵਿੱਚ ਨਹੀਂ ਆਉਂਦਾ? ਪੋਲੀਟੀਕਲ ਜਿਹੜਾ ਰਾਈਟ ਉਹਦੇ ਵਿੱਚ ਨਹੀਂ ਆਉਂਦਾ। ਵੋਟ ਪਾਉਣ ਦਾ ਵੀ ਆਉਂਦਾ ਜੀ। ਚੋਣ ਲੜਨ ਦਾ ਅਧਿਕਾਰ, ਉਹਦੇ ਚੋਣ ਲੜਨ ਜਾਂ ਚੁਣੇ ਜਾਣ ਦਾ ਅਧਿਕਾਰ ਵੀ ਹੋ ਸਕਦਾ ਹੈ। ਰੋਜੀ ਰੋਟੀ ਕਮਾਉਣ ਦਾ ਅਧਿਕਾਰ, ਸਰਕਾਰ ਦੀ ਆਲੋਚਨਾ ਕਰਨ ਦਾ ਅਧਿਕਾਰ। ਬੇਟਾ ਇਹਦੇ 'ਚੋਂ ਪੋਲੀਟੀਕਲ ਜਿਹੜੇ ਰਾਈਟ ਦੀ ਗੱਲ ਕਰੀਏ ਤਾਂ ਉਹ ਆ ਗਿਆ ਜੀ ਸਾਡਾ ਰੋਜੀ ਰੋਟੀ ਦਾ, ਕਿਉਂਕਿ ਇਹ ਸਮਾਜਿਕ ਹੈ, ਸਾਡੀ ਨਿੱਜੀ ਉਹਦੇ ਵਿੱਚ ਲੋੜ ਦੇ ਵਿੱਚ ਆ ਜਾਂਦਾ ਹੈ। ਸੋ ਇਹ ਪੋਲੀਟੀਕਲ ਰਾਈਟ ਦੇ ਵਿੱਚ ਨਹੀਂ ਆਉਂਦਾ ਰੋਜੀ ਰੋਟੀ ਕਮਾਉਣ ਦਾ ਅਧਿਕਾਰ। ਸੋ ਹੁਣ ਆਪਾਂ ਚੱਲਦੇ ਹਾਂ ਕੁਐਸਚਨ ਨੰਬਰ ਸਾਡਾ 178, ਆਈ ਥਿੰਕ 180 ਕੁਐਸਚਨ ਹੀ ਆਉਣੇ ਨੇ ਤੁਹਾਨੂੰ ਪੇਪਰ ਦੇ ਵਿੱਚ। 161 ਤੋਂ ਲੈ ਕੇ 180 ਤੱਕ 20 ਕੁਐਸਚਨ ਬਣ ਗਏ ਇਹ। ਕੁਐਸਚਨ ਨੰਬਰ ਆ ਗਿਆ ਜੀ 178 ਸਾਡੇ ਕੋਲੇ ਕੁਐਸਚਨ ਹੈ। ਕਹਿੰਦਾ ਜੀ ਭਾਰਤੀ ਸੰਵਿਧਾਨ ਦਾ ਪਿਤਾਮਾ ਕਿਸ ਨੂੰ ਮੰਨਿਆ ਜਾਂਦਾ ਹੈ? ਭਾਰਤੀ ਸੰਵਿਧਾਨ ਤਿਆਰ ਕਿਸ ਨੇ ਕਰਵਾਇਆ ਸੀ? ਇਹ ਆ ਗਿਆ ਜੀ ਡਾਕਟਰ BR ਅੰਬੇਦਕਰ। BR ਅੰਬੇਦਕਰ ਬੇਟਾ ਸਾਡੇ ਮਸੌਦਾ ਕਮੇਟੀ ਸੀ ਜਿਹੜੀ ਸੰਵਿਧਾਨ ਦੀ, ਉਸ ਦੇ ਪ੍ਰਧਾਨ ਸਨ। ਯਾਦ ਰੱਖਣਾ ਹੈ, ਇਸੇ ਕਰਕੇ ਇਹਨਾਂ ਨੂੰ ਭਾਰਤੀ ਸੰਵਿਧਾਨ ਦਾ ਪਿਤਾਮਾ ਆਖਿਆ ਜਾਂਦਾ ਹੈ, ਡਾਕਟਰ BR ਅੰਬੇਦਕਰ। ਜੇਕਰ ਆ ਜੇ ਸੰਵਿਧਾਨ ਸਭਾ ਦੇ ਪ੍ਰਧਾਨ ਕੌਣ ਸੀਗੇ, ਫਿਰ ਉੱਥੇ ਲਿਖਾਂਗੇ ਅਸੀਂ ਡਾਕਟਰ ਰਾਜਿੰਦਰ ਪ੍ਰਸਾਦ। ਸੰਵਿਧਾਨ ਸਭਾ ਦੇ ਪ੍ਰਧਾਨ ਸੀਗੇ ਡਾਕਟਰ ਰਾਜਿੰਦਰ ਪ੍ਰਸਾਦ। ਮਸੌਦਾ ਕਮੇਟੀ ਦੇ ਪ੍ਰਧਾਨ ਸੀਗੇ ਡਾਕਟਰ BR ਅੰਬੇਦਕਰ। ਇਸੇ ਕਰਕੇ ਇਹਨਾਂ ਨੂੰ ਸਾਡੇ ਭਾਰਤੀ ਸੰਵਿਧਾਨ ਦਾ ਪਿਤਾਮਾ ਵੀ ਆਖਿਆ ਜਾਂਦਾ ਹੈ। ਸੋ ਕੁਐਸਚਨ ਨੰਬਰ 179, ਸੁਪਰੀਮ ਕੋਰਟ ਨੂੰ ਫੌਜਦਾਰੀ ਮਾਮਲਿਆਂ ਵਿੱਚ ਅਪੀਲ ਸੁਣਨ ਦੀ ਵਿਸ਼ੇਸ਼ ਸ਼ਕਤੀ ਕਿਸ ਸੈਕਸ਼ਨ ਧਾਰਾ ਅਨੁਸਾਰ ਦਿੱਤੀ ਗਈ ਹੈ? ਸੁਪਰੀਮ ਕੋਰਟ ਕੋਲ ਕਿਹੜੀ ਉਹ ਪਾਵਰ ਹੈ ਜਿਹੜੀ ਦਿੱਤੀ ਗਈ ਹੈ ਸੁਣਨ ਦੀ, ਹੈ ਨਾ, ਫੈਸਲਿਆਂ ਨੂੰ? ਉਹ ਹੈ ਜੀ ਸੈਕਸ਼ਨ 136, 136 ਨੰਬਰ ਧਾਰਾ ਹੈ ਜਿਹੜੀ, ਉਹਦੇ ਅਨੁਸਾਰ ਇਹ ਸੁਪਰੀਮ ਕੋਰਟ ਨੂੰ ਪਾਵਰ ਮਿਲੀ ਹੈ। ਸੋ ਅੱਜ ਦਾ ਲਾਸਟ ਕੁਐਸਚਨ ਹੈ, ਦਹੇਜ ਵਿਰੋਧੀ ਕਾਨੂੰਨ ਭਾਰਤ ਵਿੱਚ ਕਦੋਂ ਬਣਾਇਆ ਗਿਆ? ਬੇਟਾ ਤੁਹਾਡੀ ਬੁੱਕ ਦੇ ਵਿੱਚੋਂ ਬਹੁਤ ਇੰਪੋਰਟੈਂਟ ਕੁਐਸਚਨ ਹੈ। 1961 1961 ਦੇ ਵਿੱਚ ਦਾਜ ਰੋਕੂ ਦਹੇਜ ਵਿਰੋਧੀ ਕਾਨੂੰਨ ਬਣਾਇਆ ਗਿਆ ਸੀ। ਸੋ ਬੇਟਾ ਇਸ ਤਰ੍ਹਾਂ ਤੁਹਾਨੂੰ NTSA ਆਪਣੇ PSTSC ਦਾ ਜਿਹੜਾ ਤੁਹਾਡਾ ਐਗਜ਼ਾਮ ਹੋਣਾ ਹੈ ਨਾ, ਉਹਦੇ ਵਿੱਚ ਕੁਐਸਚਨ ਨੰਬਰ 161 ਤੋਂ ਲੈ ਕੇ 161 ਤੋਂ ਨਹੀਂ, ਆਪਾਂ ਤਾਂ ਇਹ ਸ਼ੁਰੂ ਕੀਤੇ ਸੀ ਆਈ ਥਿੰਕ 151 ਤੋਂ ਲੈ ਕੇ 180 ਤੱਕ ਇਹ ਜਿਹੜੇ 30 ਕੁਐਸਚਨਸ ਆਉਣੇ ਨੇ, ਇਹ SST ਨਾਲ ਸੰਬੰਧਿਤ ਆਉਣੇ ਨੇ। ਤੁਸੀਂ ਇਹਨਾਂ ਨੂੰ ਕੁਐਸਚਨਾਂ ਨੂੰ ਚੰਗੀ ਤਰ੍ਹਾਂ ਰਿਵਾਈਜ਼ ਕਰਕੇ ਯਾਦ ਕਰ ਲਓ। ਬੜੇ ਇੰਪੋਰਟੈਂਟ ਕੁਐਸਚਨ ਸੀ ਇਹ, ਪੁਰਾਣੇ 2019 ਦੇ ਵਿੱਚ ਆਏ ਹੋਏ ਸੀ। ਸੋ ਇਸੇ ਤਰ੍ਹਾਂ ਦਾ ਪੇਪਰ ਤੁਹਾਨੂੰ ਇਸ ਵਾਰ ਆਉਣਾ ਹੈ। ਮੈਨੂੰ ਉਮੀਦ ਹੈ ਵੀ ਤੁਹਾਨੂੰ ਸਾਰਿਆਂ ਨੂੰ ਇਹ ਕੁਐਸਚਨ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ। ਇਹਨਾਂ ਨੂੰ 2-3 ਵਾਰ ਹੋਰ ਰਿਵਾਈਜ਼ ਕਰ ਲਓ। ਆਪਣਾ ਧਿਆਨ ਰੱਖਣਾ, ਪੇਪਰ ਧਿਆਨ ਨਾਲ ਕਰਨਾ। ਥੈਂਕ ਯੂ ਵੈਰੀ ਮੱਚ। ਪਲੀਜ਼ ਟੇਕ ਕੇਅਰ ਆਫ ਯੋਰਸੈਲਫ। ਥੈਂਕ ਯੂ।